ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਸਰ ਦੀਨ दयाल ना तुम सर अब पतियार क्या कीजै। बचनी तोर मोर मन मानै जन को पूरन दीजै। हों बल बल जाऊं रमैया कारुण्य कारण कवन अबोल। बिछुरे थे माधो एक जन्म तुम्हारे लिखे। कह रविदास आस लग जीवों चिर पयो दर्शन देखे। परम सन्मानयोग सतगुरु धन धन श्री गुरु ग्रंथ साहिब सच्चे पातशाह जी महाराज तिन्हां दी पावन पवित्र रब्बी गोद अंदर सुभाएमान सतगुरां दे पावन चरनां दे नाल जुड़ बैठी गुरु प्यारी साध संगत जीओ। सतगुरां दी रब्बी रहमत दे महान पात्र हो। पावन दीवान दियां हाजरियां भरदियां होयां बाला प्रीतम सतगुरु धन धन श्री गुरु हरकृष्ण साहिब जी महाराज तिन्हां दे पावन पवित्र चरनां दी शोह नाल बख्शिश भरिया अस्थान गुरुद्वारा श्री बंगला साहिब दे दर्शन दीदारे करदियां जीवन नूं सफलियां करन दा यतन कीता है। सतगुरु मेहरबान होवन आओ इस पावन पवित्र अस्थान दी मर्यादा अनुसार जो रोजाना ही लड़ीवार गुर शब्द विचार दे नाल जुड़दे हां बख्शिश कीता होया इलाही दरगाही सुनेहा सतगुरु धन धन गुरु अमरदास जी महाराज तिन्हां दी रसना तो उचारण कीते हुए पावन बचनां दा मूल पाठ सत्कारयोग सिंह साहिब ज्ञानी रंजीत सिंह जी तिन्हां पासों आप जी ने बड़ी भावना शरधा दे नाल इन्हां बचनां नूं सुनिया है। इन्हां पावन बचनां दे विच सतगुरु जी ने समुची मानवता दे भले लई जो उपदेश साडी झोली पाया है पावन बचनां दे नाल जुड़िए आओ सारी संगत प्यार विच भेज सतगुरां दे चरनां दे नाल जुड़दियां होयां हाज़री लवाईए प्यार विच आखो जी सतनाम वाहे गुरु जी।
ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ 29 ਔਰ 30 ਨੰਬਰ ਇਹ ਪਾਵਨ ਸ਼ਲੋਕ ਹੈ। ਪਹਿਲੇ ਸ਼ਲੋਕ ਵਿੱਚ ਹਜ਼ੂਰ ਕਿਰਪਾ ਕਰਦੇ ਨੇ ਔਰ ਇਹ ਸ਼ਲੋਕ ਤਕਰੀਬਨ ਭਾਵਨਾ ਵਾਲੇ ਹਰ ਗੁਰੂ ਪਿਆਰੇ ਨੂੰ, ਗੁਰਸਿੱਖ ਨੂੰ ਯਾਦ ਹੈ। ਬਚਨਾਂ ਦੀ ਆਰੰਭਤਾ ਹੈ, ਅਸੀਂ ਖੱਤੇ ਬਹੁਤ ਕਮਾਵੰਦੇ ਅੰਤ ਨਾ ਪਾਰਾਵਾਰ। ਖਤਾ ਲਫ਼ਜ਼ ਜਿਹੜਾ ਹੈ ਇਹਦੇ ਅੱਖਰੀ ਅਰਥ ਨੇ ਭੁੱਲ ਹੋ ਜਾਣੀ, ਗੁਨਾਹ ਹੋ ਜਾਣਾ। ਔਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਦਾ ਇੱਕ ਢੰਗ ਸਿਖਾਉਂਦੇ ਹੈ ਕਿ ਭਲਿਆ ਜਦੋਂ ਸਤਿਗੁਰੂ ਦੇ ਘਰ ਨੂੰ ਸਮਝੇਗਾ, ਜਾਣੇਗਾ ਔਰ ਕਦੀ ਆਪਣੇ ਆਪ ਨੂੰ ਪਹਿਚਾਨਣ ਦਾ ਯਤਨ ਕਰੇਗਾ ਨਾ, ਕਿਉਂਕਿ ਇਸ ਘਰ ਦੇ ਵਿੱਚ ਪਹਿਲੀ ਖੇਡ ਜਿਹੜੀ ਹੈ ਉਹ ਅੰਦਰ ਦੀ ਹੈ ਕਿ ਸਾਡੇ ਅੰਦਰ ਦੀਆਂ ਵਿਚਾਰਾਂ, ਸਾਡੇ ਅੰਦਰ ਦੇ ਖਿਆਲ ਕਿੱਦਾਂ ਦੇ ਨੇ। ਜਦੋਂ ਕਿਸੇ ਨੂੰ ਆਪਣੜੇ ਗਿਰੀਵਾਨ ਵਿੱਚ ਵੇਖਣਾ ਆ ਜਾਏ, ਭਗਤ ਫਰੀਦ ਮਹਾਰਾਜ ਜਿਵੇਂ ਕਹਿੰਦੇ ਨੇ ਨਾ, ਫਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ। ਗੁਨਾਹਾਂ ਨਾਲ, ਔਗਣਾਂ ਨਾਲ ਭਰਿਆ ਹੋਇਆ ਹਾਂ। ਲੋਕ ਕਹੇ ਦਰਵੇਸ਼, ਪਰ ਲੋਕ ਮੈਨੂੰ ਦਰਵੇਸ਼ ਕਹਿ ਰਹੇ ਨੇ। ਮਹਾਰਾਜ ਕਹਿੰਦੇ ਨੇ ਅੰਦਰਲਾ ਮੈਂ ਖੁਦ ਜਾਣਨਾ ਆ। ਇੱਥੇ ਅਰਦਾਸ ਹੈ, ਸੱਚੇ ਪਾਤਸ਼ਾਹ ਅਸੀਂ ਬਹੁਤ ਜ਼ਿਆਦੀਆਂ ਭੁੱਲਾਂ, ਗੁਨਾਹਾਂ ਕਰਨ ਵਾਲੇ ਆ। ਅਸੀਂ ਖੱਤੇ ਬਹੁਤ ਕਮਾਵੰਦੇ ਅੰਤ ਨਾ ਪਾਰਾਵਾਰ। ਔਰ ਗੁਨਾਹ ਜਿਹੜੇ ਨੇ, ਗਲਤੀਆਂ ਜਿਹੜੀਆਂ ਹੈ, ਭੁੱਲਾਂ ਜਿਹੜੀਆਂ ਹੋਈਆਂ, ਉਹ ਕੋਈ ਗਿਣਤੀ ਦੇ ਵਿੱਚ ਨਹੀਂ ਗਈਆਂ। ਉਹਨਾਂ ਦਾ ਕੋਈ ਪਾਰਾਵਾਰ ਹੀ ਨਹੀਂ। ਇੱਥੇ ਇੱਕ ਜਨਮ ਦੀਆਂ ਹੀ ਨਹੀਂ, ਪਤਾ ਹੀ ਨਹੀਂ ਕਿੰਨੇ ਕੁ ਜਨਮਾਂ ਤੋਂ ਤੁਰੇ ਆ ਔਰ ਕਿੰਨੇ ਕੁ ਜਨਮਾਂ ਦੀਆਂ ਭੁੱਲਾਂ ਸਾਡੇ ਨਾਲ ਹੀ ਤੁਰੀਆਂ ਆਉਂਦੀਆਂ। ਅਰਦਾਸ ਕੀ ਹੈ? ਹਰ ਕਿਰਪਾ ਕਰਕੇ ਬਖਸ਼ ਲੈਹੋ, ਹਉ ਪਾਪੀ ਵੱਡ ਗੁਨਾਹਗਾਰ। ਸਤਿਗੁਰੂ ਮੇਰੇ ਗੁਨਾਹਾਂ ਨੂੰ ਤੋਲ ਕੇ ਨਹੀਂ ਬਖਸ਼ਿਆ ਜਾ ਸਕਦਾ, ਗਿਣ ਕੇ ਨਹੀਂ ਬਖਸ਼ਿਆ ਜਾ ਸਕਦਾ। ਬਸ ਅਰਦਾਸ ਹੈ ਕਿ ਤੁਹਾਡੀ ਨਜ਼ਰ ਹੋ ਜਾਏ, ਤੁਸੀਂ ਮਿਹਰ ਕਰ ਦਿਓ ਤੇ ਮੇਰੇ ਗੁਨਾਹ ਜਿਹੜੇ ਨੇ ਉਹ ਬਖਸ਼ੇ ਜਾ ਸਕਦੇ ਐ, ਉਂਝ ਨਹੀਂ। ਧਿਆਨ ਦੇਣਾ, ਦੋ ਲਫ਼ਜ਼ ਨੇ, ਇੱਕ ਮੈਲ, ਇੱਕ ਹੈ ਨਿਰਮਲਪਨ। ਮੈਲ ਜਿਹੜੀ ਹੈ ਪਿਆਰਿਓ ਹਮੇਸ਼ਾ ਦੂਰ ਕਰੇਗੀ। ਤਨ ਤੇ ਪਾਇਆ ਕੱਪੜਾ ਮੈਲਾ ਹੋ ਜਾਏ, ਤਨ ਤੋਂ ਦੂਰ ਹੁੰਦਾ ਹੈ। ਭਾਂਡਾ ਮੈਲਾ ਹੋ ਜਾਏ ਤੇ ਮੈਲੇ ਭਾਂਡਿਆਂ ਦੇ ਵਿੱਚ ਪ੍ਰਸ਼ਾਦਾ ਕੋਈ ਨਹੀਂ ਛਕਦਾ। ਸਾਰੇ ਸੰਸਾਰ ਨੂੰ ਧਿਆਨ ਮਾਰ ਕੇ ਤੱਕੋਗੇ ਨਾ, ਮੈਲੇ ਨੂੰ ਜਾਂ ਮੈਲ ਨੂੰ ਕੋਈ ਪਸੰਦ ਨਹੀਂ ਕਰਦਾ। ਹਰ ਬੰਦਾ ਨਿਰਮਲਪਨ ਚਾਹੁੰਦਾ ਹੈ ਕਿ ਸਾਫ਼ ਸਫਾਈ, ਨਿਰਮਲਪਨ ਹੋਣਾ ਬਹੁਤ ਜ਼ਰੂਰੀ ਹੈ। ਧਰਮ ਦੀ ਦੁਨੀਆ ਦੇ ਵਿੱਚ ਸਾਡੇ ਅੰਦਰ ਦੀ ਵਿਚਾਰਧਾਰਾ ਜਿਹੜੀ ਹੈ, ਸਾਡੇ ਅੰਦਰ ਦੀ ਜਿਹੜੀ ਸੋਚ ਸ਼ਕਤੀ ਹੈ, ਪਿਤਾ ਗੁਰੂਦੇਵ ਕਹਿੰਦੇ ਨੇ ਅੱਜ ਦੀ ਨਹੀਂ, ਪਤਾ ਨਹੀਂ ਕਿੰਨੇ ਕੁ ਚਿਰਾਂ ਦੀ ਇਹਨੂੰ ਮੈਲ ਲੱਗੀ ਹੋਈ ਹੈ। ਔਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਜਦੋਂ ਪੜ੍ਹਦੇ ਆ ਨਾ, ਸਮਝ ਆਉਂਦੀ ਹੈ ਵੀ ਸਾਡੇ ਕੋਲੋਂ ਕਿੰਨੇ ਕੁ ਗੁਨਾਹ ਤੇ ਕਿੰਨੀਆਂ ਕੁ ਭੁੱਲਾਂ ਹੋ ਰਹੀਆਂ। ਆਨੰਦ ਸਾਹਿਬ ਦੀ ਬਾਣੀ ਪੜ੍ਹੋ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਨੂੰ ਸਵਾਲ ਕਰਦੇ ਆ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਇਸ ਦੁਨੀਆ ਵਿੱਚ ਆਉਣ ਦਾ ਮਨੋਰਥ ਸਾਡਾ ਕੋਈ ਹੋਰ ਹੈ। ਸਤਿਗੁਰੂ ਸਾਡੇ ਕਰਮ ਨੂੰ ਵੇਖ ਕੇ ਸਵਾਲ ਕਰ ਰਹੇ ਹੈ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ
क्या तुद कर्म कमाया, के कर्म कमाया तुद शरीरा जा तू, जग में आया जिन हार तेरा, रचन रचिया सो हार मन ना वसाया। जिन्हें पैदा किया है, जिन्हें संसार दिखाया है, जिन्हें भैन भरा मां बाप संसार दा हर सुख साडी झोली पाया है, कमाल ये होई भी असीं ओनू ही भुल बैठे। ध्यान देना, एक है रस्ता, एक है मंजिल। रस्ते नू भुल जाना कदे गुनाह नहीं हुंदा। रस्ता अक्सर दुनिया दे लोग भुल जाते हैं। कोई नैविगेशन राही अज दे जमाने च अपनी मंजिल वाल पड़दा है, जां असीं किसे नू पुछदे हां, सुहिरद नू, सियाणे नू, भी भाई मेरी आ मंजिल है, इहदा रस्ता किहड़ा है, वो दस देगा भी आ जिहड़े रस्ते ते तुसीं चल रहे हो ये गलत है। सही रस्ता पकड़ो तो मंजिल अपड़ जाएगी, मंजिल ते पहुंच जाओगे। रस्ते नू भुलना गुनाह नहीं है, पर ध्यान दिओ जे कोई मंजिल भुल जाए वो कितना क वड्डा गुनाहगार होएगा। कोई मंजिल नू भुल जाए ते संसार दे लोकां नू की आखेगा, मैं कित्थे जाना है, मंजिल ही भुल गई। सब तो वड्डा गुनाह ही ये होया कि असीं उस मालक नू ही भुल गए जिस मालक ने सानू जीवन बख्शिया। जिन हर तेरा रचन रचिया सो हर मन ना वसाया। महाराज कहंदे एक भुल नहीं, तैनू अगे साधन दिते ने शरीर राही परमात्मा दे नाल जुड़न वास्ते, पर उन्हां साधना दी उन्हां जिहड़े उहदे इंद्रे ने साडे, असीं उन्हां नू गलत वाले पासे तोरिया। ये सरवण हो मेरेओ सच है सुनना नो पठाए, सच है सुनना नो पठाए, शरीर लाए सुनो सत बाणी। कन ते दिते ने और गुरु दा विधान है, गुरु दा सिद्धांत है। कन्ना नाल उस मालक दी बाणी नू, उहदी विचार नू, उहदे घर दी कीर्ति नू सुनिया जाए। पर सुन की रहे हैं, गुनाह हो रहा है। ए नेत्रो मेरेओ हर तुम मैं जोत धरी, हर बिन अवर ना देखो कोई। हर बिन अवर ना देखो कोई, नदरी हर निहालिया। गुनाह की होया, ए विश संसार तुम देख दे। ये हर का रूप है, हर रूप नदरी आया। गुरु अमरदास महाराज कहंदे संसार हरि दा रूप है, निरंकार दा स्वरूप है ये संसार, पर तू इनू विषय विकार दे राही वेख रहा है। ये गुनाह हो रहा साडे कोलों। धन भगत बाबा कबीर साहब जी दे जदों बचन पढ़दे हैं ना, साडे गुनाहां दी लिस्ट सच जाणिओ इन्नी लंबी है। जदों असीं बाहरी तौर ते तकदे हैं ना, इंज लगदा भी जिवें गुनाह हो कोई नहीं रहा, भुल हो कोई नहीं रही। पर जदों गुरु दे शीशे विच अपने आप नूं वेखीदा है ते सच्चे पातशाह कहंदे ने भुलावड़े भुल्ली भुल भुल पछोताणी। हर कदम ते बंदा भुल रहा है। भगत कबीर साहब ने जिहड़ी साडे गुनाहां दी गल आखी ना, उन्होंने पढ़िए। भगत जी कहते ने कवन काज सिरजे जग भीतर, जन्म कवन फल पाया। भाव निध तरन तारण चिंता मन, एक निमख नाए मन लाया। गोबिंद हम ऐसे अपराधी, महाराज बड़े वड्डे अपराधी हैं, गुनाहगार हैं। गोबिंद हम ऐसे अपराधी, जिन प्रभ जियो पिंड था दिया तिसकी, भाओ भगत ने साधी। अगले बचन वाल ध्यान देना। और ये चार कौगण ऐसे है जिन्हां विच हर बंदा अज फसदा जा रहा है। पर धन, पर धन, पर ती निंदा, पर अपवाद ना छूटै।
महाराज कहते गुनाह कैसे है? पराए तन विच बंदे दी जिहड़ी सुरती है, बंदे दी जिहड़ी वेखणी है, पराए तन विच खचत हो रही है। पराए धन विच भी बंदा सोच सोच के हैरान हो रहा है, ਇਹਦੇ ਕੋਲ ਧਨ ਇਹ ਕਿੱਦਾਂ ਆ ਰਿਹਾ ਔਰ ਇਹ ਪਰਾਇਆ ਧਨ ਮੈਂ ਕਿਵੇਂ ਪ੍ਰਾਪਤ ਕਰ ਸਕਦਾ ਹਾਂ। ਗੁਨਾਹ ਇੱਥੋਂ ਹੀ ਸ਼ੁਰੂ ਹੁੰਦੇ ਨੇ ਨਾ। ਇੱਕ ਬਚਨ ਹੋਰ ਨਾਲ ਕਹਿੰਦਾ ਜਾਵਾਂ, ਇਕੱਲਾ ਮਨੁੱਖ ਸ਼ਾਇਦ ਗੁਨਾਹ ਘੱਟ ਕਰਦਾ ਹੈ। ਕਈ ਵਾਰੀ ਜ਼ਿੰਦਗੀ ਦੇ ਜਿਹੜੇ ਸਾਥ ਨੇ ਨਾ, ਸਾਥ ਵਿੱਚ ਬੜੇ ਗੁਨਾਹ ਹੋ ਜਾਂਦੇ ਆ। ਗੁਰੂ ਨਾਨਕ ਸਾਹਿਬ ਸਤਿਗੁਰੂ ਦਾ ਬਚਨ ਹੈ, ਮਹਾਰਾਜ ਕਹਿੰਦੇ ਕਾਮਣ ਲੋੜੈ ਸੋਇਨਾ ਰੂਪਾ ਮਿੱਤਰ ਲੋੜੇਨ ਸੋ ਖਾ ਦਾਤਾ। ਪਰਿਵਾਰ ਚਾਹੁੰਦਾ ਧਨ ਆ ਜਾਏ, ਗਹਿਣਾ ਆ ਜਾਏ, ਸੱਜਣ ਤਾਈ ਮਿੱਤਰ ਤਾਈ ਦੇ ਜਿਹੜੇ ਲੋਕ ਨੇ ਉਹ ਖਾਣ ਪੀਣ ਤੱਕ ਸੀਮਤ ਆ। ਨਾਨਕ ਪਾਪ ਕਰੇ ਤਿੰਨ ਕਾਰਣ ਜਾਸੀ ਜਮਪੁਰ ਬਾਦਾਤਾ। ਇਕੱਲਿਆਂ ਨਹੀਂ, ਕੁਝ ਗੁਨਾਹ ਐਸੇ ਜਿਹੜੇ ਪਰਿਵਾਰ ਲਈ ਵੀ ਕੀਤੇ ਹੈ, ਕੁਝ ਗੁਨਾਹ ਐਸੇ ਹੈ ਜਿਹੜੇ ਮਿੱਤਰਾਂ ਦੋਸਤਾਂ ਲਈ ਵੀ ਕਰ ਲਏ ਨੇ। ਪਰ ਮਹਾਰਾਜ ਕਹਿੰਦੇ ਜਦੋਂ ਸਮਾਂ ਆਇਆ ਨਾ, ਜਿਨ੍ਹਾਂ ਲਈ ਗੁਨਾਹ ਕੀਤੇ ਹੈ ਉਹਨਾਂ ਨੇ ਨਾਲ ਨਹੀਂ ਤੁਰਨਾ, ਲੇਖਾ ਤੇਰਾ ਔਰ ਤੈਨੂੰ ਹੀ ਦੇਣਾ ਪਏਗਾ। ਪਰ ਤਨ ਪਰਤੀ ਨਿੰਦਾ। ਪਰਾਈ ਨਿੰਦਿਆ ਦੇ ਵਿੱਚ ਦਿਨ ਰਾਤ ਮਸਤ ਹੈ। ਪਰ ਅਪਵਾਦ ਨਾ ਛੂਟੈ। ਅਪਵਾਦ ਕਰਨਾ ਬਿਨਾਂ ਕਿਸੇ ਕਾਰਨੋਂ, ਵਿਦਵਾਨਾਂ ਦੀ ਦੁਨੀਆ ਨੇ ਕੱਲੀ ਜ਼ੁਬਾਨ ਦੇ ਜਿਹੜੇ ਪਾਪ ਆ, ਗੁਨਾਹ ਆ, ਉਹ 4 ਤਰ੍ਹਾਂ ਦੇ ਗੁਨਾਹ ਮੰਨੇ ਕੱਲੀ ਜ਼ੁਬਾਨ ਦੇ। ਝੂਠ ਬੋਲਣਾ, ਕੌੜਾ ਬੋਲਣਾ, ਵਿਅਰਥ ਬੋਲਣਾ ਤੇ ਫਿੱਕਾ ਬੋਲਣਾ। ਇਹ 4 ਪੱਖ ਵੱਖੋ ਵੱਖਰੇ ਨੇ। ਕੌੜਾ ਬੋਲਣਾ ਹੋਰ ਚੀਜ਼ ਹੈ, ਵਿਅਰਥ ਬੋਲਣਾ ਹੋਰ ਪੱਖ ਹੈ, ਝੂਠ ਬੋਲਣਾ ਹੋਰ ਪੱਖ ਹੈ ਤੇ ਫਿੱਕਾ ਬੋਲਣਾ ਹੋਰ ਪੱਖ ਹੈ। ਗੁਰੂਦੇਵ ਮਾਲਕ ਕਹਿੰਦੇ ਐ, ਇਹਨਾਂ 4 ਵਿੱਚ ਇੰਨੇ ਕੁ ਗੁਨਾਹ ਨੇ, ਤੂੰ ਬਹੁਤ ਜ਼ਿਆਦਾ ਜਕੜਿਆ ਗਿਆ। ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਇਹਨਾਂ ਗੁਨਾਹਾਂ ਕਰਕੇ ਅੱਜ ਤੋਂ ਨਹੀਂ, ਹਜ਼ੂਰ ਕਹਿੰਦੇ ਨੇ ਜਨਮ ਬੀਤ ਚੱਲੇ ਐ, ਭਟਕਦਿਆਂ ਭਟਕਦਿਆਂ, ਪਰ ਇਹਨਾਂ ਗੁਨਾਹਾਂ ਤੋਂ ਅਜੇ ਬੰਦ ਖਲਾਸੀ ਨਹੀਂ ਹੋ ਰਹੀ। ਜਿਹੇ ਘਰ ਕਥਾ ਹੋਤ ਹੈ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਜਿੱਥੇ ਕਿਤੇ ਰੱਬ ਦੀ ਗੱਲ ਚੱਲਦੀ ਹੋਵੇ, ਸਤਿਗੁਰੂ ਦੇ ਘਰ ਦੀ ਵਿਚਾਰ ਚੱਲਦੀ ਹੋਵੇ, ਹਜ਼ੂਰ ਕਹਿੰਦੇ ਨੇ ਉੱਥੇ ਇਨਸਾਨ ਜਾ ਕੇ ਖੁਸ਼ ਨਹੀਂ। ਬਾਣੀ ਦਾ ਇੱਕ ਬਚਨ ਮੇਰੇ ਜ਼ਿਹਨ ਚ ਆਇਆ ਇਸੇ ਸੰਬੰਧੀ। ਹਜ਼ੂਰ ਕਹਿੰਦੇ ਨੇ ਜਿਹੜਾ ਮਨ ਕਰਕੇ ਬਿਮਾਰ ਹੋ ਗਿਆ ਨਾ, ਉਹਦੀ ਹਾਲਤ ਇਦਾਂ ਦੀ ਹੈ, ਕੂੜ ਕਪਟ ਅਹੰਕਾਰ ਰੀਜਾਨਾ, ਨਾਮ ਸੁਨਤ ਜਨ ਬਿਸ਼ੂਆ ਡਸਾਨਾ। ਰੱਬ ਦੇ ਨਾਂ ਸੁਣਨ ਵਾਲੀ ਗੱਲ ਤੇ ਇਦਾਂ ਦੀ ਹੈ ਵੀ ਜਿਵੇਂ ਬਿਸ਼ੂ ਡੰਗ ਮਾਰ ਕੇ। ਤੁਸੀਂ ਅੱਜ ਮੁਹੱਲਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਧਾਰਮਿਕ ਅਸਥਾਨਾਂ ਦੀ ਕਮੀ ਥੋੜਾ ਹੈ। ਧਾਰਮਿਕ ਅਸਥਾਨ, ਗੁਰਦੁਆਰਾ ਸਾਹਿਬ ਹਰ ਮੋੜ ਤੇ ਅਸਥਾਨ ਬਣਿਆ ਹੋਇਆ ਹੈ, ਪਰ ਜਦੋਂ ਉਹਦੇ ਅੰਦਰ ਧਿਆਨ ਮਾਰ ਕੇ ਤੱਕੋਗੇ ਤੇ ਗਿਣਤੀ ਜਿਹੜੀ ਉਹ ਬਹੁਤ ਘੱਟ ਹੋ ਜਾਏਗੀ। ਹਜ਼ੂਰ ਕਹਿੰਦੇ ਨੇ ਉਸ ਪਾਸੇ ਵੱਲ ਨੂੰ ਜਾਣ ਨੂੰ ਤਿਆਰ ਕੋਈ ਨਹੀਂ। ਜਿਹੇ ਘਰ ਕਥਾ ਹੋਤ ਹੈ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਲੰਪਟ ਚੋਰ ਦੂਤ ਮਤਵਾਰੇ, 3 ਸੰਗ ਸਦਾ ਬਸੇਰਾ। ਰਹਿ ਕਿਹਨਾਂ ਨਾਲ ਰਿਹਾ ਹਾਂ? ਲੋਭ ਦੇ ਨਾਲ। ਅੰਦਰ ਦਾ ਚੋਰ ਹੈ, ਲੰਪਟ ਚੋਰ ਦੂਤ ਮਤਵਾਰੇ, 3 ਸੰਗ ਸਦਾ ਬਸੇਰਾ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਲਾ ਰਾਗ ਸ੍ਰੀ ਰਾਗ ਜਦੋਂ ਪੜ੍ਹਦੇ ਆ ਨਾ,
पिता गुरुदेव ने जदों साडी जिंदगी की कहानी लिखी, मैं फिर बेनती करदे हां, दुनिया च 3 तरह का रोगी है। पहला रोगी वो है जिहड़ा बीमार होया, आप चल के डॉक्टर कोल चला गया भी मैं ठीक नहीं लगता, डॉक्टर ने चेक किया तो दवाई दे दी। दूजा रोगी वो है रोग भयानक लग गया पर आप जान जोगा नहीं, उन्होंने कोई ना कोई हैल्प मिली, कोई परिवार का मैंबर, कोई दोस्त मित्र बाहों पकड़ भी डॉक्टर को लै गया, इलाज किया, ठीक हो गया। ध्यान देना। तीजा रोगी वो है जिन्हों रोग लगा पर वो मनन वास्ते तैयार नहीं भी मैं रोगी हाँ, बल्कि वैद घरे आके दसदा पिया तू रोगी है ते इलाज करा, पर वो मनन लई तैयार नहीं। ये रोगी दुनिया च सब तो खतरनाक है। धर्म की दुनिया भी ऐसी है। कुछ जो रब दे प्यारे पहले दिनों आके तरला ले लेंदे आ, महाराज किरपा करो नेम बनया रहे, औगण नास हुंदे रहन, चंगे रस्ते ते महाराज तोरी रखे हो। एक वो बंदा है। दूजे वो ने जिहड़े किसे ना किसे दे राही गुरु की विचारधारा नूं हासिल कर रहे ने, बाणी सुन रहे ने, समझ रहे ने, जीवन पार लगता जा रहा है। पर तीजे वो रोगी ने गुरु नानक साहब सतगुरु घरे जाके दस रहे ने, मलक भागो तू गुनाहगार है। पर ध्यान दियो, मलक भागो मनन लई तैयार नहीं है। मलक भागो नहीं मान रहा कि मेरे प्रशादियां दे विच खून हो सकता है, नहीं। बाबा जी फिर तां ही कहंदे ने ना, गल्ली असी चंगियां आचारी बुरियां, गल्लां नाल बाहरी तौर ते वेखण लई ते खिमा करियो कोई गुनाहगार नहीं नजर आ रहा। बाहर दे कपड़े, बाहर दी बोल बाणी, बाहर दी वेश भूषा जिहड़ी है वह हर बंदे दी चंगी लगदी है, पर इस घर दे विच आचरण दी गल है। आचरण किवें दा है? गल्ली असी चंगियां आचारी बुरियां, मनों कसुद्धा कालियां, बाहर चिटवियां। मन करके महाराज कहंदे ने भैड़ी बुद्ध है कोल, काले होए पे, मनों कसुद्धा कालियां, बाहर चिटवियां, रीसां करें ते नाड़ियां, जो सेवे दर खड़ियां। रीस उन्हां दी करदे आ जिहड़े उहदे दर ते कबूल हो गए। ध्यान देना, रीस करन नाल पार नहीं लग्या जांदा, जीवन विचों औगण नूं ते मिटाउणा ही पएगा। सतगुरु गुरु नानक साहब ने जदों साडे जीवन की कहानी लिखी ना, शब्द नूं भावना नाल सुणियो और हैरान हो जाता है बंदा, महाराज जो मैं सोचिया भी नहीं, तुसा मेरे उस गुनाह नूं भी कोट कीता होया, भाव जो मेरे दिमाग विच ते नहीं है पर मेरे जीवन च जरूर है। तां ये अर्ज कर रहा हां, कोई बंदा ये नहीं कह सकता भी मेरे गुनाह बहुत थोड़े है। तां ही गुरु अमरदास महाराज अज कहंदे है ना, अंत ना पारावार, गुनाह इन्ने ज्यादा है, अंत है ही कोई नहीं। धन गुरु नानक साहब सतगुरु का बचन पढ़िए ते पिता गुरुदेव कहंदे आ, एक सवान दोए सवानी नाल, भड़के भौंकह सदा बयाल, कूड़ शुरा मुठा मुरदार, धानक रूप रहा करतार। सतगुरु कहंदे ने जीवन सांसियां वर्गा है। सांसी किसी जात तो जां धर्म की गल नहीं है। वो लोग जिन्हां दी जिंदगी किसी का खून पीना ही हो जाए, ऐसा जीवन बन गया। पिता गुरुदेव कहंदे ने इंसान की जदों अख खुलती है ना सवेरे, अख खुलदियां बहुत विरले है जिन्हां दी जुबान तो सतनाम वाहिगुरू निकलदा होवे। पर है की है? एक सवान सब तो पहला अंदर लोभ दा कुत्ता भौंकदा है।
ਲੋਭ ਐਸਾ ਹੈ, ਉੱਠ ਚੱਲ, ਕਿਤੋਂ ਨਾ ਕਿਤੋਂ ਕੁਝ ਲਿਆਉਣਾ ਪਏਗਾ। ਉੱਠਿਆ ਇਸ ਲਈ ਨਹੀਂ ਜਾ ਰਿਹਾ ਵੀ ਉਸ ਮਾਲਕ ਦਾ ਸ਼ੁਕਰਾਨਾ ਕਰੀਏ ਜਿਹਨੇ ਜੀਵਨ ਦਿੱਤਾ ਹੈ। ਬਹੁਤੇ ਬੰਦੇ ਉੱਠ ਕੇ ਸਿਰਫ ਕੰਮ ਲਈ ਹੀ ਆਪਣੀ ਜ਼ਿੰਦਗੀ ਨੂੰ ਤੋਰਦੇ ਨੇ, ਮਾਲਕ ਦੇ ਸ਼ੁਕਰਾਨੇ ਲਈ ਨਹੀਂ। ਬਾਬਾ ਨਾਨਕ ਜੀ ਕਹਿੰਦੇ ਹੈ, ਏਕ ਸਵਾਨ ਦੋਏ ਸਵਾਨੀ ਨਾਲ। ਲੋਭ ਦਾ ਕੁੱਤਾ ਭੌਂਕਦਾ ਤੇ ਨਾਲ ਦੋ ਕੁੱਤੀਆਂ ਨੇ, ਆਸਾ ਤੇ ਤ੍ਰਿਸ਼ਨਾ ਦੀ। ਤ੍ਰਿਸ਼ਨਾ ਹੈ, ਦੌੜ ਹੈ, ਔਰ ਨਾਲ ਆਸ ਹੈ ਵੀ ਜਾਵਾਂਗਾ ਤੇ ਕੁਝ ਨਾ ਕੁਝ ਲਿਆਵਾਂਗਾ ਜ਼ਰੂਰ। ਭਲਕੇ ਭੌਂਕੇ ਸਦਾ ਬਿਆਲ, ਕੂੜ ਸ਼ੁਰਾ ਮੁੱਠਾ ਮੁਰਦਾਰ। ਧਾਨਕ ਰੂਪ ਰਹਾ ਕਰਤਾਰ, ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ। ਮਹਾਰਾਜ ਮੈਂ ਤੇਰੇ ਦਿੱਤੇ ਹੋਏ ਰਸਤੇ ਤੇ ਨਹੀਂ ਚੱਲ ਰਿਹਾ, ਨਾ ਤੇਰੀ ਕਰਨੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਰਿਹਾ ਹਾਂ। ਹਾਂ ਬਿਗੜੈ ਰੂਪ ਰਹਾ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ। ਮੈਂ ਇਹਾ ਆਸ ਇਹੋ ਆਧਾਰ। ਅਗਲੇ ਬਚਨ ਚ ਫਿਰ ਗੁਨਾਹਾਂ ਦੀ ਗੱਲ ਆਈ। ਮੁਖ ਨਿੰਦਾ ਆਖਾਂ ਦਿਨ ਰਾਤ। ਇਹ ਸੱਚ ਹੈ ਜੀ, ਨਿੰਦਿਆ ਦੇ ਵਿੱਚ ਬੜਾ ਰਸ ਆਉਂਦਾ ਬੰਦੇ ਨੂੰ। ਕਦੀ ਕਿਸੇ ਦੀ ਗੱਲ ਤੁਸੀਂ ਸ਼ੁਰੂ ਕਰਕੇ ਵੇਖੋ, ਨਾਲ ਨਾਲ ਬੰਦਾ ਕਹੀ ਜਾਂਦਾ ਚਲੋ ਜੀ ਛੱਡੋ, ਆਪਾਂ ਕੀ ਲੈਣਾ ਹੈ, ਪਰ ਉਸੇ ਨਿੰਦਿਆ ਚੋਂ ਰਸ ਆ ਰਿਹਾ ਤੇ ਬੰਦਾ ਉਹ ਨਿੰਦਿਆ ਨਾਲ ਨਾਲ ਕਰੀ ਜਾ ਰਿਹਾ। ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋਹੀ ਨੀਚ ਸਨਾਤ। ਪਰਾਏ ਘਰ ਦੇ ਵਿੱਚ ਵੀ ਵੇਖ ਰਿਹਾ ਹੈ, ਕਿਸੇ ਦੇ ਤਨ ਨੂੰ, ਕਿਸੇ ਦੇ ਰੂਪ ਨੂੰ, ਕਿਸੇ ਦੇ ਰੰਗ ਨੂੰ, ਕਿਸੇ ਦੇ ਧਨ ਨੂੰ। ਪਰ ਤਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ। ਧਾਨਕ ਰੂਪ ਰਹਾ ਕਰਤਾਰ। ਅਗਲੀ ਗੱਲ ਆਖੀ, ਫਾਈ ਸੁਰਤ, ਜਿਹੜੀ ਮੇਰੀ ਸੋਚਣੀ ਹੈ, ਮੇਰੀ ਸੁਰਤ ਹੈ। ਪਾਤਸ਼ਾਹ ਕਹਿੰਦੇ ਉਹ ਦਿਨ ਰਾਤ ਇਦਾਂ ਦੀ ਹੈ ਵੀ ਮੈਂ ਕਿਸੇ ਨੂੰ ਪਕੜ ਲਵਾਂ, ਫਾਈ ਵਿੱਚ ਲੈ ਆਵਾਂ, ਕਿਸੇ ਨਾ ਕਿਸੇ ਨੂੰ ਠੱਗ ਲਵਾਂ, ਲੁੱਟ ਲਵਾਂ। ਫਾਹੀ ਸੁਰਤ ਮਲੂਕੀ ਵੇਸ, ਵੇਸ ਦਰਵੇਸ਼ਾਂ ਵਾਲਾ। ਫਾਈ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ਼। ਮਹਾਰਾਜ ਜਿਹੜੇ ਦੇਸ਼ 'ਚ ਮੈਂ ਰਹਿ ਰਿਹਾ, ਠੱਗੀ ਦਾ ਦੇਸ਼ ਆ, ਤੇ ਮੈਂ ਖੁਦ ਠੱਗੀ ਬਣ ਕੇ। ਹਉ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ ਬਹੁਤਾ ਭਾਰ। ਧਾਨਕ ਰੂਪ ਰਹਾ ਕਰਤਾਰ। ਆਖਰੀ ਬਚਨ ਚ ਕਿਹਾ, ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹਉ ਕਿਆ ਮੋਹ ਦੇਸਾਂ ਦੁਸ਼ਟ ਚੋਰ। ਨਾਨਕ ਨੀਚ ਕਹੈ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਸਮਾਂ ਆਪਣੀ ਚਾਲੇ ਤੁਰਿਆ ਜਾ ਰਿਹਾ ਹੈ। ਅਨੇਕਾਂ ਬਚਨ ਗੁਰਬਾਣੀ ਦੇ ਐਸੇ ਹੈ ਜਿਹੜੇ ਵਾਰ-ਵਾਰ ਇਸ ਗੱਲ ਨੂੰ ਦੱਸਦੇ ਆ ਕਿ ਬੰਦਾ ਕਿੰਨਾ ਕੁ ਗੁਨਾਹਗਾਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬਚਨ ਜ਼ਿਹਨ ਚ ਆਇਆ। ਭਾਈ ਸਾਹਿਬ ਕਹਿੰਦੇ ਨੇ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਬੰਦਾ, ਹਉ ਬੇਮੁਖ ਮੰਦਾ। ਚੋਰ ਯਾਰ ਜੁਆਰ ਹਉ, ਪਰ ਘਰ ਜੋਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਕਣ, ਮੈਂ ਕੋ ਨਾ ਰਖੰਦਾ। ਆਪਣੇ ਔਗਣ ਕਹਿ ਅਖੀਰ ਉਹਨਾਂ ਕਿਹਾ, ਸਿਮਰ ਮੁਰੀਦਾ ਢਾਡੀਆਂ ਸਤਿਗੁਰ ਬਖਸ਼ੰਦਾ। ਮਹਾਰਾਜ ਜੇ ਮੈਂ ਔਗਣਾਂ ਦੀ ਕੱਲੀ ਗੱਲ ਕਰਾਂ ਨਾ ਤੇ ਗਿਣੇ ਵੀ ਨਹੀਂ ਜਾਣੇ। ਬਸ ਮੇਰਾ ਤਰਲਾ ਤੇਰੇ ਚਰਨਾਂ 'ਚ ਇੰਨਾ ਹੈ ਕਿ ਜਿਵੇਂ ਕੱਪੜੇ ਨੂੰ ਇੱਕ ਵਾਰ ਸਾਬਣ ਤੇ ਪਾਣੀ ਮਿਲ ਜਾਏ ਤੇ ਕੱਪੜਾ ਨਿਰਮਲ ਹੋ ਜਾਂਦਾ। ਤੇਰਾ ਦਰ ਐਸਾ ਹੈ, ਪੜ੍ਹਦੇ ਹੋ ਨਾ ਰੋਜ਼ ਬਚਨ, ਹਜ਼ੂਰ ਕਹਿੰਦੇ ਨੇ, ਭਰੀ ਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ,
ਉਹ ਥੋਪੈ ਨਾਵੇਂ ਕੈ ਰੰਗ। ਹੱਥ ਪੈਰ ਲਿਬੜ ਜਾਣ ਤੇ ਪਾਣੀ ਇਲਾਜ ਹੈ ਉਹਦਾ। ਕੱਪੜਾ ਮੈਲਾ ਹੋ ਜਾਏ ਮਲ ਮੂਤਰ ਨਾਲ ਤੇ ਸਾਬਣ ਉਹਦਾ ਇਲਾਜ ਹੈ। ਜਿੱਦਣ ਜੀਵਨ ਮੈਲਾ ਹੋ ਜਾਏ ਗੁਰੂ ਦੀ ਨਦਰ ਹੀ ਉਹਦਾ ਇਲਾਜ ਹੈ, ਹੋਰ ਕੋਈ ਨਹੀਂ। ਸੰਸਾਰ ਜਿਹੜਾ ਨਾ ਉਹ ਕਿਸੇ ਦੇ ਗੁਨਾਹ, ਖਿਮਾ ਕਰਿਓ, ਕਦੇ ਬਖਸ਼ਦਾ ਨਹੀਂ ਹੈ। ਸੰਸਾਰ ਹਰ ਬੰਦੇ ਦੇ ਗੁਨਾਹ ਉਛਾਲਦਾ ਹੈ। ਮਹਾਰਾਜ ਕਹਿੰਦੇ ਇੱਕ ਮਾਂ ਬਾਪ ਦੁਨੀਆ 'ਚ ਐਸਾ ਰਿਸ਼ਤਾ ਹੈ ਜਿਹੜਾ ਬੱਚਿਆਂ ਦੇ ਗੁਨਾਹਾਂ ਨੂੰ ਲੁਕਾਉਂਦਾ ਤੇ ਬਖਸ਼ਦਾ ਹੈ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਅਸੀਂ ਸਾਰੇ ਜਿੰਨੇ ਬੈਠੇ ਆ ਮਾਂ ਬਾਪ ਨੂੰ ਤੇ ਹਰ ਬੰਦੇ ਨੇ ਮਾਣਿਆ ਜੀ। ਕਿੰਨੀਆਂ ਭੁੱਲਾਂ ਇਨਸਾਨ ਕਰਦਾ ਨਾ। ਬਚਪਨ ਵਿੱਚ ਏਦਾਂ ਲੱਗਦਾ ਵੀ ਜਿਹੜੀ ਮੈਂ ਭੁੱਲ ਕੀਤੀ ਆ ਇਹ ਮੇਰੀ ਚਲਾਕੀ ਆ, ਮਾਪਿਆਂ ਨੂੰ ਪਤਾ ਨਹੀਂ। ਪਰ ਮਾਪੇ ਜਾਣਦੇ ਆ ਵੀ ਸਾਡਾ ਬੱਚਾ ਕਿੱਥੇ ਥਿੜਕਦਾ ਪਿਆ ਹੈ। ਹਾਂ, ਉਹਨਾਂ ਦਾ ਵੱਡਪਨ ਹੈ, ਉਹ ਸਮਝਾ ਦੇਣ ਨਾ ਸਮਝਾ ਦੇਣ, ਬਾਹੋਂ ਫੜ ਕੇ ਬਖਸ਼ ਦੇਣ ਔਰ ਕਹਿ ਦਿੰਦੇ ਨੇ। ਮਾਂ ਬੇਸ਼ੱਕ ਚਪੇੜ ਵੀ ਮਾਰ ਲੈ ਨਾ, ਫਿਰ ਵੀ ਉਹ ਕਹਿ ਦਿੰਦੀ ਹੈ ਵੀ ਹੁਣ ਬਖਸ਼ਤਾ ਹੈ, ਅਗਾਂਹ ਨਾ ਕਰੀ। ਉਦਾਹਰਨ ਦੇ ਕੇ ਮਹਾਰਾਜ ਕਹਿੰਦੇ ਨੇ ਸਤਿਗੁਰੂ ਤੂੰ ਏਦਾਂ ਦਾ ਹੈ, ਗੁਨਾਹ ਮੇਰੇ ਬਖਸ਼ਣ ਯੋਗ ਨਹੀਂ ਹੈ। ਸੰਸਾਰ 'ਚ ਆਪਾਂ ਵਿਚਰਦੇ ਆ ਨਾ, ਜਦੋਂ ਕਿਤੇ ਕੋਈ ਗੱਲ ਹੋ ਜਾਏ ਤੇ ਆਮ ਬੰਦਾ ਕਹਿ ਦਿੰਦਾ ਤੇਰੇ ਗੁਨਾਹ, ਜਾਂ ਤੈਨੂੰ ਤੇ ਰੱਬ ਨੇ ਵੀ ਮਾਫ ਨਹੀਂ ਕਰਨਾ। ਆਮ ਗੱਲ ਹੈ ਸਾਡੀ। ਪਰ ਯਾਦ ਰੱਖੋ ਗੁਰੂ ਐਸਾ ਨਹੀਂ ਹੈ। ਗੁਰੂ ਬਖਸ਼ਣਹਾਰ ਹੈ। ਭਗਤ ਜੀ ਕਹਿੰਦੇ ਨੇ ਸੁਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਮਹਾਰਾਜ ਮੈਂ ਵੀ ਤੇ ਤੇਰਾ ਪੋਤੀ ਆ ਨਾ, ਮੈਂ ਵੀ ਤੇਰੀ ਧੀ ਆ। ਹੋ ਗਏ ਗੁਨਾਹ ਪਰ ਬਖਸ਼ਣ ਵਾਲਾ ਤੇ ਤੂੰ ਹੀ ਹੋ ਹੈ। ਜੈਸਾ ਬਾਰਕ ਭਾਏ ਸੁਪਾਈ, ਲੱਖ ਅਪਰਾਧ ਕਮਾਵੇ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗਲ ਲਾਵੇ। ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਅਸੀਂ ਖੱਤੇ ਬਹੁਤ ਕਮਾਵਦੇ, ਬੜੇ ਗੁਨਾਹ ਕਰਨ ਵਾਲੇ ਆ, ਅੰਤ ਨਾ ਪਾਰਾਵਾਰ। ਔਰ ਗੁਨਾਹ ਵੀ ਇੰਨੇ ਮਹਾਰਾਜ, ਉਹਦਾ ਪਾਰਾਵਾਰ ਵੀ ਕੋਈ ਨਹੀਂ। ਹਰ ਕਿਰਪਾ ਕਰਕੇ ਬਖਸ਼ ਲਿਓ। ਹਾਂ ਪਾਪੀ ਵੱਡ ਗੁਨਾਹਗਾਰ, ਤੇਰੀ ਕਿਰਪਾ ਹੋ ਜਾਏ ਤੇ ਤੂੰ ਬਖਸ਼ ਦੇਣਾ। ਮੈਂ ਬੜਾ ਵੱਡਾ ਪਾਪੀ ਹਾਂ, ਗੁਨਾਹਗਾਰ ਆ। ਮੈਂ ਇੱਕ ਛੋਟਾ ਜਿਹਾ ਇਤਿਹਾਸ ਧੰਨ ਗੁਰੂ ਅਮਰਦਾਸ ਸਤਿਗੁਰੂ ਦੇ ਚਰਨਾਂ ਦਾ ਕਵਾਂ। ਧੰਨ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਹੈ। ਲਾਹੌਰ ਦੀ ਧਰਤੀ ਦਾ ਇੱਕ ਸ਼ਾਹੂਕਾਰ ਪਰਿਵਾਰ, ਲੰਮੇਰੇ ਸਮੇਂ ਬਾਅਦ ਸ਼ਾਹੂਕਾਰ ਪਰਿਵਾਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ। ਮਾਂ ਬਾਪ ਦਾ ਲਾਡਲਾ ਹੋਣ ਕਰਕੇ ਇੰਨਾ ਪ੍ਰੇਮ ਹੈ, ਮਾਪਿਆਂ ਆਪਣੇ ਬੱਚੇ ਦਾ ਨਾਂ ਹੀ ਪ੍ਰੇਮਾ ਰੱਖਿਆ। ਸ਼ਾਹੂਕਾਰਾ ਬੜਾ ਸੀ, ਧਨ ਦੌਲਤ ਜਾਇਦਾਦ ਬੜੀ, ਪ੍ਰੇਮੇ ਹੋਣ ਤੇ ਬੜੀਆਂ ਖੁਸ਼ੀਆਂ ਘਰਦਿਆਂ ਮਨਾਈਆਂ। ਸਮਾਂ ਆਪਣੀ ਚਾਲੇ ਚੱਲਦਾ ਹੈ, ਪ੍ਰੇਮਾ ਵੱਡਾ ਹੁੰਦਾ ਗਿਆ, ਮਿੱਤਰਤਾਈ ਦੋਸਤਾਈ ਇਦਾਂ ਦੀ ਮਿਲਦੀ ਗਈ। ਜਿਹੜੇ ਖਾਣ ਵਾਲੇ ਸਨ ਭਾਵ ਭੈੜੀ ਸੰਗਤ ਮਿਲਦੀ ਗਈ। ਭੈੜੀ ਸੰਗਤ ਵਿੱਚ ਕਰਮ ਮਾੜੇ ਬਣ ਗਏ, ਨਸ਼ਿਆਂ ਦਾ ਸੇਵਨ, ਮਾੜੀ ਸੰਗਤ, ਮਾੜੀ ਸੋਚ। ਸਮਾਂ ਇਦਾਂ ਦਾ ਤੁਰਿਆ ਵੀ ਪ੍ਰੇਮਿਆਂ ਦੇ ਮਾਂ ਤੇ ਬਾਪ ਸਮਾਂ ਪਾ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਪ੍ਰੇਮਾ ਕੱਲਾ ਰਹਿ ਗਿਆ। ਸੰਗਤ ਇਦਾਂ ਦੀ ਸੀ, ਹੌਲੀ ਹੌਲੀ ਖਾਦਿਆਂ ਖਾਦਿਆਂ ਇੱਕ ਦਿਨ ਉਹ ਆਇਆ ਜਿਸ ਦਿਨ ਪ੍ਰੇਮਾ ਕੰਗਾਲ ਤੇ ਹੋਇਆ ਹੀ ਹੋਇਆ। ਪਰ ਪ੍ਰੇਮਾ ਕੰਗਾਲ ਹੁੰਦਿਆਂ ਹੁੰਦਿਆਂ ਪ੍ਰੇਮੇ ਨੂੰ ਕੋਹੜ ਦਾ ਰੋਗ ਲੱਗ ਗਿਆ। ਇੰਨਾ ਕੋਹੜੀ ਹੋਇਆ, ਜਿਹੜੇ ਕਹਿੰਦੇ ਸਨ ਪ੍ਰੇਮਿਆ ਅਸੀਂ ਤੇਰੇ ਆ, ਤੇਰੇ ਨਾਲ ਨਿਭਾਂਗੇ, ਉਹਨਾਂ ਹੀ ਪ੍ਰੇਮੇ ਨੂੰ ਚੁੱਕ ਕੇ ਤੇ ਪਿੰਡੋਂ ਬਾਹਰ ਦੂਰ ਰੱਖ ਆਂਦਾ। ਪਿੰਡ ਨਹੀਂ ਆਉਣਾ, ਤੈਨੂੰ ਛੂਤ ਦਾ ਰੋਗ ਹੈ। ਪ੍ਰੇਮੇ ਦੀ ਹਾਲਤ ਇਦਾਂ ਦੀ ਬਣ ਗਈ। ਇੱਕ ਦਿਨ ਐਸਾ ਹੈ, ਪ੍ਰੇਮਾ ਰੋ ਰੋ ਕੇ ਕਹਿੰਦਾ ਹੈ
ਰੱਬਾ ਇਹਦੇ ਨਾਲੋਂ ਤੇ ਜ਼ਿੰਦਗੀ ਮੁਕਾ ਦੇ, ਮੈਨੂੰ ਚੋਕੀ ਲੈ। ਦੁਖੀ ਹੋਇਆ ਜਦੋਂ ਜ਼ਿੰਦਗੀ ਮੁਕਾਉਣ ਦੀਆਂ ਅਰਦਾਸਾਂ ਕਰਦਾ ਹੈ। ਲਾਗੇ ਦੀ ਲੰਘਦਾ ਹੋਇਆ ਗੁਰਸਿੱਖ ਪਿਆਰਾ, ਉਹ ਇੱਕ ਗੱਲ ਆਂਦਾ ਹੈ, ਜੀਵਨ ਬੜੀ ਮਿਹਰ ਨਾਲ ਮਿਲਦਾ ਹੈ। ਜਾਂ ਜੇ ਭੁੱਲਾਂ ਹੋਈਆਂ, ਆਪਣੀਆਂ ਭੁੱਲਾਂ ਨੂੰ ਬਖਸ਼ਾਉਣਾ ਇੱਕ ਦਰ ਐਸਾ ਹੈ ਜਿਹੜਾ ਜਨਮਾਂ ਜਨਮਾਂ ਦੀਆਂ ਭੁੱਲਾਂ ਬਖਸ਼ ਦਿੰਦਾ ਹੈ। ਕਹਿਣ ਲੱਗੇ ਉਹ ਦਰ ਕਿਹੜਾ ਹੈ? ਆਖਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਮਰਦਾਸ ਸਤਿਗੁਰੂ ਦਾ ਦਰ। ਪ੍ਰੇਮਾ ਰਿੜਦਾ ਖਿੜਦਾ ਲਾਹੌਰੋਂ ਤੁਰਦਿਆਂ ਹੋਇਆਂ ਗੋਇੰਦਵਾਲ ਸਾਹਿਬ ਪੜਦਾ ਹੈ। ਗੋਇੰਦਵਾਲ ਸਾਹਿਬ ਦੇ ਬਾਹਰ ਬੈਠਾ ਹੈ। ਲੰਘਦੀ ਹੋਈ ਸੰਗਤ ਅਕਸਰ ਰੋਜ਼ਾਨਾ ਇਹੀ ਕਹਿੰਦੀ ਹੈ, ਧੰਨ ਗੁਰੂ ਅਮਰਦਾਸ ਜੀ, ਤੁਸੀਂ ਇੱਥੇ ਸਿਜਦਾ ਕਰਦੇ ਹੋ। ਹਰ ਨਿਵਾਸੀ, ਹਰ ਆਉਣ ਵਾਲੀ ਸੰਗਤ ਦੀ ਜ਼ੁਬਾਨ ਤੇ ਵਾਰ-ਵਾਰ ਇਹ ਬਚਨ ਆਏਗਾ, ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ। ਲੰਘਦੀ ਹੋਈ ਸੰਗਤ ਜਦੋਂ ਗੁਰੂ ਅਮਰਦਾਸ ਦੀਆਂ ਸਿਫਤਾਂ ਕਰਦੀ ਹੈ, ਪ੍ਰੇਮਾ ਕੋਹੜੀ ਆਪਣੇ ਹੱਥ ਵਿੱਚ ਇੱਕ ਭਾਂਡਾ ਲੈ ਕੇ ਉੱਚੀ ਉੱਚੀ ਗਾਉਂਦਾ ਹੈ, ਗਿਆ ਕਛੋਟਾ ਲੱਧਾ ਮੋਰ। ਲੋਕ ਇਕੱਠੇ ਹੁੰਦੇ ਨੇ, ਹੈ ਕੋਹੜੀ ਪਰ ਗਾ ਰਿਹਾ। ਉਹਦਾ ਭਾਵ ਸੀ, ਜਿਹੜਾ ਮੇਰਾ ਸਮਾਂ ਚਲਾ ਗਿਆ, ਜੀਵਨ ਚਲਾ ਗਿਆ, ਉਹ ਨਵੀਨ ਕਰਕੇ ਮੈਨੂੰ ਫਿਰ ਮਿਲ ਜਾਏਗਾ। ਇਹ ਪ੍ਰੇਮੇ ਦੀ ਆਵਾਜ਼ ਮਾਲਕ ਗੁਰੂ ਅਮਰਦਾਸ ਸਤਿਗੁਰੂ ਦੇ ਘਰ ਤੱਕ ਅੱਪੜੀ। ਮਹਾਰਾਜ ਕਹਿੰਦੇ ਜਾਓ ਉਸ ਕੋੜੀ ਨੂੰ ਲੈ ਕੇ ਆਓ। ਕੋੜੀ ਨੂੰ ਲਿਆਂਦਾ, ਸਤਿਗੁਰੂ ਨਦਰ ਕੀਤੀ, ਵਿਚਾਰ ਦਿੱਤੀ, ਕੁਝ ਦਿਨ ਕੋਲ ਰੱਖ ਮਹਾਰਾਜ ਇਲਾਜ ਕੀਤਾ, ਪ੍ਰੇਮਾ ਰਾਜੀ ਹੋਇਆ। ਧਿਆਨ ਦੇਣਾ, ਗੁਰੂ ਨੇ ਗੁਨਾਹ ਤੇ ਬਖਸ਼ੇ, ਜੀਵਨ ਬਖਸ਼ਿਆ, ਬਾਣੀ ਬਖਸ਼ੀ, ਵਿਚਾਰ ਬਖਸ਼ੀ, ਪਰ ਪ੍ਰੇਮਾ ਇੰਨਾ ਕੁ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਿਆ। ਮਹਾਰਾਜ ਦੁਨੀਆ ਦੇ ਲੋਕ ਜਿਹੜੇ ਮੇਰੇ ਨਾਲ ਬਹਿ ਕੇ ਖਾਂਦੇ ਰਹੇ, ਮੈਨੂੰ ਗਲਤ ਪਾਸੇ ਤੋਰਦੇ ਰਹੇ, ਮਹਾਰਾਜ ਉਹਨਾਂ ਚੋਂ ਮੇਰਾ ਕੋਈ ਨਹੀਂ ਬਣਿਆ, ਪਰ ਤੇਰਾ ਦਰ ਐਸਾ ਹੈ ਜਿਹੜਾ ਪਿਛਲੇ ਗੁਨਾਹ ਨੂੰ ਵੀ ਬਖਸ਼ ਦਿੰਦਾ ਹੈ। ਮਹਾਰਾਜ ਕਹਿੰਦੇ ਨੇ, ਕਹਿੰਦੇ ਗੁਨਾਹ ਨਹੀਂ ਬਖਸ਼ਾਂਗੇ, ਜਦ ਤੇਰੇ ਚਰਨਾਂ ਨਾਲ ਜੁੜਿਆ ਹੋਇਆਂ ਦੇ ਵੀ ਗੁਨਾਹ ਬਖਸ਼ੇ ਜਾਇਆ ਕਰਨਗੇ। ਇੱਕ ਦਿਨ ਆਇਆ ਮਹਾਰਾਜ ਭਰੀ ਸੰਗਤ ਵਿੱਚ, ਕਹਿੰਦੇ ਐ ਕੋਈ ਉੱਠੇ ਪਰਿਵਾਰ ਵਾਲਾ ਭਾਈ ਪ੍ਰੇਮੇ ਨੂੰ ਆਪਣੀ ਪੁੱਤਰੀ ਦਾ ਰਿਸ਼ਤਾ ਕਰੇ। ਹੈਰਾਨ ਹੋਈ ਸੰਗਤ। ਖਡੂਰ ਸਾਹਿਬ ਦਾ ਨਿਵਾਸੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ੀਹਾਂ ਉੱਪਲ, ਭਾਈ ਸ਼ੀਹਾਂ ਉੱਪਲ ਉੱਠ ਕੇ ਕਹਿੰਦਾ, ਮਹਾਰਾਜ ਮੈਂ ਆਪਣੀ ਬੱਚੀ ਦਾ ਰਿਸ਼ਤਾ ਦੇਣਾ ਆ। ਉਹਦੀ ਪਤਨੀ ਉੱਠ ਕੇ ਕਹਿਣ ਲੱਗੀ, ਮਹਾਰਾਜ ਨਹੀਂ ਨਹੀਂ, ਮੈਨੂੰ ਨਹੀਂ ਰਿਸ਼ਤਾ ਮਨਜ਼ੂਰ। ਜਿਸ ਪ੍ਰੇਮੇ ਨੂੰ ਅੱਜ ਤੱਕ ਲੋਕੀ ਪ੍ਰੇਮਾ ਕੋਹੜੀ ਕਹਿੰਦੇ ਐ, ਮਾਂ ਨਹੀਂ, ਬਾਪ ਨਹੀਂ, ਘਰ ਨਹੀਂ, ਪੁੱਤਰੀ ਦਾ ਰਿਸ਼ਤਾ ਕਿਵੇਂ ਦੇ ਦਈਏ? ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ, ਧੀਏ ਮੈਂ ਨਹੀਂ ਜਾਣਦਾ ਪ੍ਰੇਮੇ ਦਾ ਪਿਛੋਕੜ ਕੀ ਹੈ, ਮੈਂ ਨਹੀਂ ਜਾਣਦਾ ਪ੍ਰੇਮੇ ਦੇ ਮਾਂ ਬਾਪ ਕਿੱਥੇ ਹੈ, ਪਰ ਮੈਂ ਇੰਨਾ ਕਹਿ ਸਕਦੇ ਆ, ਅੱਜ ਤੋਂ ਬਾਅਦ ਪ੍ਰੇਮੇ ਦਾ ਘਰ ਹੈ ਗੁਰੂ ਦਾ ਘਰ। ਪ੍ਰੇਮੇ ਦੀ ਮਾਂ ਵੀ ਗੁਰੂ ਅਮਰਦਾਸ, ਪ੍ਰੇਮੇ ਦਾ ਬਾਪ ਵੀ ਗੁਰੂ ਅਮਰਦਾਸ। ਰਿਸ਼ਤਾ ਤੁਸੀਂ ਕਰਦੇ ਹੋ, ਮੈਂ ਮਾਂ ਤੇ ਬਾਪ ਦੇ ਰੂਪ ਵਿੱਚ ਤੁਹਾਡੇ ਕੋਲੋਂ ਰਿਸ਼ਤੇ ਦੀ ਦਾਤ ਮੰਗਣਾ ਹੈ। ਗੁਰੂ ਐਸਾ ਹੈ ਜਦੋਂ ਬਖਸ਼ ਦਿੰਦਾ ਹੈ। ਅੱਜ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦਿਆਂ ਫਿਰ ਦਾਤ ਝੋਲੀ ਪਾਉਂਦੇ ਨੇ, ਹਰ ਜੀਓ ਲੇਖੇ ਵਾਰ ਨਾ ਆਵਈ। ਮਹਾਰਾਜ ਸਾਡੇ ਗੁਨਾਹਾਂ ਦਾ, ਭੁੱਲਾਂ ਦਾ ਲੇਖਾ ਨਹੀਂ ਹੋਣਾ, ਗਿਣਤੀ ਨਹੀਂ ਹੋ ਸਕਣੀ। ਤੂੰ ਬਖਸ਼ ਮਿਲਾਵਣ ਹਾਰ, ਬਸ ਤੁਸੀਂ ਨਦਰ ਕਰਕੇ ਬਖਸ਼ ਦਿਓ ਤੇ ਸਾਨੂੰ ਜਨਮਾਂ ਜਨਮਾਂ ਦੇ ਵਿਛੜਿਆਂ ਨੂੰ ਮੇਲ ਲਿਓ। ਪੜ੍ਹਦੇ ਹੋ ਬਚਨ, ਹਰ ਜਨ ਰਾਖੇ ਗੁਰ ਗੋਵਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਗੁਰੂ ਦਾ ਕੰਠ ਐਸਾ ਹੀ ਹੈ, ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ। ਨਾਨਕ ਪਾਰਿ ਉਤਾਰ, ਗੁਰ ਟੁੱਠੇ ਹਰ ਪ੍ਰਭ ਮੇਲਿਆ, ਸਭ ਕਿਲ ਵਿਖ ਕਟ ਵਿਕਾਰ। ਗੁਰੂ ਜਦੋਂ ਤਰੁੱਠਦਾ ਹੈ,
फिर बेनती करदे हां, गुरु सदा ही मेहरबान है। तुसी शब्द पढ़दे हो ना, मेहरबान साहिब मेहरबान, साहिब मेरा मेहरबान। ये नहीं भी गुरु किसी खास वेले खास दिन त्रुटदा है। गल सामने खड़ोते हुए जगियासू ते है, वो भांडा किवें दा लैके आया। कोई संसारी मंग तक सीमित है, कोई किसी मंग तक सीमित है, पर कोई मालक दे चरनां नूं सिजदा करदिआं हिरदियों ये आखदा है कि महाराज बख्शण वाले तुसी हो, मेरी जिंदगी ते गुनाहां दे नाल भरी हुई है। जेता समुंद सागर नीर भरिया तेते औगण हमारे। जिवें समुंदरां विच सागरां च पानी है, मेरी जिंदगी च इन्ने औगण है। दया करो किश मेहरे पावो, डुबदे पत्थर तारे। जियड़ा अगन बराबर तपै, भीतर वगै काती। प्रणवत नानक हुक्म पछाणै, सुख होवै दिन राती। महाराज तू त्रुठदा है, और त्रुठ के ही मालक दे चरनां नाल मिलिया जांदा है। गुर तुठे हर प्रभ मेलिया, सब किल विख कट विकार। गुरु त्रुठिया, जन्मां जन्मां दे पाप विकार जेड़े वो गुरु दी एक नदर ने कट दिते। क्या हंस क्या बगुला जाको नदर करे, जो तिस भावै नानका कागों हंस करे। अगले बचन च महाराज कहंदे आ, जिन्हां हर हर नाम ध्याया, जन नानक तिन जयकार। जिहड़े गुरु दे नाम नाल जुड़ गए, सतगुरु दे चरनां दे पल्ले नाल अपने जीवन नूं जोड़ लिया, उन्हां दी सदा ही जय जयकार है। जिनी नाम ध्याया गए मसक्कत काल, नानक ते मुख उजले केती छुट्टी नाल। उन्हां दी सदा जय जयकार हुई। 30 नंबर श्लोक च हजूर कहंदे ने, विछड़ विछड़ जो मिले सतगुर के भै पाए। जिहड़े एक नहीं कई जन्मां दे विछड़े होए आ, किरत कर्म के विछुड़े, कर कृपा मेलो राम। सगल द्वार को छाड़ कै गयो, तुहारो द्वार बाहां गहे की। लाज अस गोबिंद दास तुहार। महाराज अज दे नहीं, पता नहीं किन्ने क समय दे विछड़े आ। विछड़ विछड़ जो मिले, जिहड़े विछड़ विछड़ के एक नहीं कई जन्मां तो अखीर एक दर ते आ गए, जिस दर ते आया मुड़ कदे विछड़ी दा नहीं, मुड़ नहीं विछड़ी दा। संसार च विछोड़ा हो सकता है, पर जिहड़ा गुरु दे दर नाल एक बार जुड़ गया, उस सतगुरु दे घर दा शिंगार बन जाता है। विछुड़ विछुड़ जो मिले सतगुर के भै पाए। जिन्हां दे हिरदे विच गुरु दा भौ वसिया, प्रेम वस गया, उन्हां जिंदगी गुरु दे लेखे ला दिती। जन्म मरण निहचल भये, गुरमुख नाम ध्याए। जम्मण मरना कटिया गया, नानक बद्धा घर तहां, जिथे मिरत ना जन्म जरा। उस दर ते जाके वस गए जिथे जम्मण मरण वाली खेड ही मुक गई। अब तो जाए चढ़े सिंहासन मिल है सारंग पानी। राम कबीरा एक भय है कोई ना सके पछानी। जिथे जाके कोई गुरु दे चरना वर्गा हो जाए, जिथे जाके कोई रब वर्गा हो जाए। जन्म मरण निहचल भये, गुरमुख नाम ते आए। जिन्हां गुरु दे प्यारियां ने नाम जपिया, नाम ध्याया, नाम नाल अपनी जिंदगी नूं जोड़ लिया। सतगुरु कहंदे उन्हां दे जीवन विचों जन्म ते मरण दा भौ जिहड़ा वो खत्म हो गया। गुर साधु संगत मिलै, हीरे रतन लभान। साधु गुरु दी संगत मिल जाए,
ਸੰਗਤ ਵੱਡਿਆਂ ਭਾਗਾਂ ਨਾਲ ਮਿਲਦੀ ਹੈ। ਸੰਗਤ ਵਿੱਚ ਜੁੜ ਜਾਣਾ। ਇੱਕੋ ਹੀ ਬਚਨ ਆਖਾਂ, ਮਹਾਰਾਜ ਕਹਿੰਦੇ ਆ, ਇੱਕ ਜਾ ਗੰਦੇ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਜਾਗਦੇ ਵੀ ਉਹਦੀ ਰਹਿਮਤ ਤੋਂ ਸਖਣੇ ਹੈ, ਪਰ ਇੱਕ ਨਾ ਨੂੰ ਸੁੱਤਿਆਂ ਪਿਆਂ ਨੂੰ ਉਠਾਲ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਇਹ ਉਹਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਤੋਂ ਬਿਨਾਂ ਨਹੀਂ। ਗੁਰੂ ਅਮਰਦਾਸ ਜੀ ਕਹਿੰਦੇ ਆ, ਗੁਰ ਸਾਧੂ ਸੰਗਤ ਮਿਲੈ। ਗੁਰੂ ਸਾਧੂ ਦੀ ਸੰਗਤ ਮਿਲ ਜਾਏ ਤੇ ਉਸ ਸੰਗਤ ਚੋਂ ਕੀ ਮਿਲਦਾ? ਹੀਰੇ ਰਤਨ ਲਭਨ। ਇਹਦੇ ਵਿੱਚੋਂ ਕੀਮਤੀ ਗੁਣਾਂ ਦੇ ਖਜ਼ਾਨੇ ਮਿਲਦੇ ਆ। ਯਾਦ ਰੱਖੋ, ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਸਭ ਕੁਝ ਗੁਰੂ ਕੋਲੋਂ ਹੀ ਮਿਲਦਾ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਨਿਰਭਉ ਹੋਣ ਦਾ ਗੁਣ ਗੁਰੂ ਦੀ ਸੰਗਤ ਚੋਂ ਮਿਲੇਗਾ। ਗੁਰ ਸਾਧੂ ਸੰਗਤ ਮਿਲੇ, ਹੀਰੇ ਰਤਨ ਲਭਨ, ਨਾਨਕ ਲਾਲ ਅਮੋਲਕਾ, ਗੁਰਮੁਖ ਖੋਜ ਲੋਹਨ। ਗੁਰੂ ਦਾ ਨਾਮ ਬੜਾ ਹੀ ਅਮੁੱਲਾ ਹੈ, ਉਹ ਏਦਾਂ ਹੀ ਨਹੀਂ ਮਿਲ ਜਾਂਦਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ, ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜਿਨ੍ਹਾਂ ਭਾਗ ਮਥਾਹੇ, ਸੇ ਨਾਨਕ ਹਰ ਰੰਗ ਮਾਣ ਤੋ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮਾਲਕ ਦਾ ਘਰ ਬਖਸ਼ਿਸ਼ਾਂ ਨਾਲ, ਰਹਿਮਤਾਂ ਦੇ ਨਾਲ ਭਰਿਆ ਹੋਇਆ ਹੈ। ਪਰ ਸਤਿਗੁਰੂ ਕਹਿੰਦੇ ਆ, ਜਿੰਨਾ ਚਿਰ ਜੀਵਨ ਦੀ ਝੋਲੀ ਨਹੀਂ ਬਣਦੀ, ਜੀਵਨ ਦਾ ਭਾਂਡਾ ਨਹੀਂ ਬਣਦਾ, ਉਹਨਾਂ ਚਿਰ ਬਖਸ਼ਿਸ਼ ਵੀ ਝੋਲੀ ਵਿੱਚ ਨਹੀਂ ਪੈਂਦੀ। ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ। ਭਉ ਖਲਾ ਅਗਨ ਤਪ ਤਾਉ, ਫਿਰ ਜਾ ਕੇ ਭਾਂਡਾ ਬਣਦਾ। ਭਉ ਖਲਾ ਅਗਨ ਤਪ ਤਾਉ, ਭਾਂਡਾ ਭਉ ਅੰਮ੍ਰਿਤ ਤਿਤ ਢਾਲ। ਮਿਹਨਤ ਕਰਕੇ ਜੀਵਨ ਦਾ ਭਾਂਡਾ ਆ। ਆਪਣੀ ਮਿਹਨਤ ਤੇ ਗੁਰੂ ਦੀ ਬਖਸ਼ਿਸ਼ ਦੋਨੋਂ ਨਾਲ ਨਾਲ ਚੱਲਦੀਆਂ। ਔਰ ਜਿਸ ਦਿਨ ਉਹ ਬਖਸ਼ਿਸ਼ ਵਾਲੇ ਬਣ ਜਾਂਦੇ ਆ, ਸੰਸਾਰ ਜੋ ਮਰਜ਼ੀ ਕਹੇ, ਪਰ ਸਤਿਗੁਰੂ ਦਾ ਘਰ ਔਰ ਗੁਰੂ ਦਾ ਦਰ ਉਹਨਾਂ ਲਈ ਬਖਸ਼ਿਸ਼ਾਂ ਭਰਿਆ ਬਣ ਜਾਂਦਾ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਇਸ ਪਾਵਨ ਬਚਨ ਵਿੱਚ ਕਿਰਪਾ ਕਰਦੇ ਆ, ਇਹ ਦਾਤ ਸਾਡੀ ਝੋਲੀ ਪਾਉਂਦੇ ਆ। ਗੁਰ ਸਾਧੂ ਸੰਗਤ ਮਿਲੇ, ਹੀਰੇ ਰਤਨ ਲਭਨ, ਨਾਨਕ ਲਾਲ ਅਮੋਲਕਾ, ਗੁਰਮੁਖ ਖੋਜ ਲਹਨ। ਜਿਨ੍ਹਾਂ ਨੇ ਖੋਜਿਆ, ਜਿਨ੍ਹਾਂ ਮਿਹਨਤ ਕੀਤੀ, ਨਿਤਨੇਮ ਮਿਲਿਆ, ਬਾਣੀ ਨੂੰ ਪੜਿਆ, ਨਾਮ ਸਿਮਰਨ ਦੇ ਨਾਲ ਜੁੜੇ, ਜਿੱਦਣ ਉਹਨਾਂ ਖੋਜਿਆ ਤੇ ਉਹਨਾਂ ਦੀ ਰਸਨਾ ਨੇ ਕਿਹਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਮਿਹਰ ਕਰਨ, ਉਹਨਾਂ ਦੇ ਬਚਨਾਂ ਦੀ ਵਿਚਾਰ ਪਿਆਰ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਏ। ਵਿਚਾਰਾਂ ਕਰਦਿਆਂ ਬਹੁਤ ਬਹੁਤ ਭੁੱਲਾਂ ਹੁੰਦੀਆਂ ਨੇ। ਆਪ ਸਤਿਗੁਰੂ ਦੀ ਸੰਗਤ ਔਰ ਸਤਿਗੁਰੂ ਬਖਸ਼ਣਹਾਰੇ ਨੇ ਬਖਸ਼ ਦੇਣਾ। ਸ਼ੁਕਰਾਨਾ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਦਾ, ਜੋ ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਿਸ਼ ਕਰਦੇ ਨੇ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।